ਆਜ਼ਾਦ ਸੋਚ ਦੇ ਉੱਤੇ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਸਾਡੇ ਜਿੰਨੇ ਵੀ ਸਤਿਕਾਰਯੋਗ ਸਰੋਤੇ ਆ ਸਾਨੂੰ ਅੱਗੇ ਵੀ ਸੁਣਦੇ ਰਹਿੰਦੇ ਆ, ਤੇ ਉਹਨਾਂ ਨੂੰ ਦੱਸ ਦਈਏ ਵੀ ਆਪਣੇ ਵੀਰ ਤਲਵਾੜਾ ਸਾਹਿਬ ਹੁਣੀ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜਾ ਆਪਣਾ ਕਿਸਾਨ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਇਹਨਾਂ ਦੀ ਕਾਫੀ ਮਹੀਨਿਆਂ ਤੋਂ ਸ਼ਮੂਲੀਅਤ ਆ। ਤੇ ਪਹਿਲਾਂ ਆਪਾਂ ਇਹਨਾਂ ਨੂੰ ਸੁਣਦੇ ਰਹੇ ਆ, ਸ਼ੰਭੂ ਬਾਰਡਰ ਤੋਂ ਵੀ ਇਹਨਾਂ ਨੂੰ ਸੁਣਿਆ ਸਟੇਜ ਤੋਂ, ਤੇ ਉਸ ਤੋਂ ਬਾਅਦ ਇਹ ਦਿੱਲੀ ਗਏ ਆ। ਤੇ ਉਸ ਤੋਂ ਬਾਅਦ ਜਦੋਂ ਆਪਣੇ ਦਿੱਲੀ ਦੇ ਵਿੱਚ 26 ਨਵੰਬਰ ਦੀ ਕਾਲ ਦਿੱਤੀ ਸੀ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਦੀ, ਤੇ ਉਹਦੇ ਉੱਤੇ ਜੋ ਉੱਥੇ ਨਿਸ਼ਾਨ ਸਾਹਿਬ ਦਾ ਜੋ ਮੁੱਦਾ ਹੋਇਆ ਸੀਗਾ, ਉਸ ਤੋਂ ਬਾਅਦ ਆਪਣੇ ਦੀਪ ਸਿੱਧੂ ਦੇ ਉੱਤੇ ਜੋ ਧਾਰਾਵਾਂ ਲੱਗੀਆਂ ਤੇ ਜੋ ਕੇਸ ਹੋਏ ਆ ਜਾਂ ਉਹਨੂੰ ਉਹਦੇ ਬਾਰੇ ਜੋ ਸਟੇਜਾਂ ਉੱਤੇ ਬੋਲਿਆ ਗਿਆ, ਉਹਨੂੰ ਐਲਾਨਿਆ ਗਿਆ, ਗਦਾਰ ਕਿਹਾ ਗਿਆ। ਉਸ ਤੋਂ ਬਾਅਦ ਯਕਦਮ ਇਹ ਆਪਣੇ ਵੀਰ ਪਲਵਿੰਦਰ ਸਿੰਘ ਹੁਣੀ ਸਾਹਮਣੇ ਆਏ ਤਾਂ ਇਹਨੀ ਇੱਕ ਆਵਾਜ਼ ਬੁਲੰਦ ਕੀਤੀ ਆ ਵੀ ਭਾਈ ਦੀਪ ਸਿੱਧੂ ਸਾਡਾ ਭਰਾ ਆ, ਵੀ ਉਹ ਏਦਾਂ ਦੀ ਕੋਈ ਗੱਲ ਨਹੀਂ, ਅਸੀਂ ਉਹ ਨਾਲ ਖੜੇ ਆ, ਵੀ ਉਹਨੂੰ ਕੱਲਾ ਨਾ ਜਾਣ ਲਿਓ। ਤੇ ਉਸ ਦਿਨ ਤੋਂ ਲੈ ਕੇ ਵੀਰ ਜੀ ਨੂੰ ਕਾਫੀ ਸੰਘਰਸ਼ ਕਰ ਰਹੇ ਆ। ਤੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਵਾਲ ਇਹ ਕਰੂੰਗਾ ਵੀਰ ਜੀ, ਵੀ ਅੱਜ ਦੀ ਤਰੀਕ ਵਿੱਚ ਕੀ ਹਾਲਾਤ ਆ ਆਪਣੇ ਜਿਹੜਾ ਮੋਰਚਾ ਚੱਲ ਰਿਹਾ ਦਿੱਲੀ ਦੇ ਵਿੱਚ? ਹਾਲਾਤ ਇਹ ਨੇ ਜੀ, 26 ਜਨਵਰੀ ਤੋਂ ਬਾਅਦ ਉੱਥੇ ਸੰਗਤ ਕਾਫੀ ਘਟ ਗਈ ਸੀ, ਇਹਦੇ 'ਚ ਕੋਈ ਦੋ ਰਹਿ ਨਹੀਂ ਜੀ, ਕਿਉਂਕਿ 2 ਕੁ ਦਿਨ ਹੋਏ ਅਸੀਂ ਉੱਥੇ ਜਾ ਕੇ ਆਏ ਆ, ਉੱਥੋਂ ਆਏ ਆ ਵਾਪਸ। ਜਿਹੜੇ ਸ਼ੰਭੂ ਮੋਰਚੇ ਵਾਲੇ ਮੁੰਡੇ ਸੀਗੇ ਉਹਨਾਂ ਨੇ ਸਾਰਿਆਂ ਨੇ ਉੱਥੇ ਇੱਕ ਮੀਟਿੰਗ ਸੱਦੀ ਸੀ ਕਾਲ ਦੇ ਕੇ ਦਿੱਲੀ, ਜਿੱਥੇ ਦੀਪ ਰਹਿੰਦਾ ਸੀ, ਦੀਪ ਵਾਲੇ ਟੈਂਟ ਦੇ ਵਿੱਚ। ਤੁਸੀਂ ਇਹ ਦੇਖ ਲਓ ਵੀ ਸਾਡੇ ਵਾਲੇ ਟੈਂਟ ਤੋਂ ਲੈ ਕੇ ਸਟੇਜ ਤੱਕ ਜਾਣ ਨੂੰ 3 ਘੰਟੇ ਲੱਗ ਜਾਂਦੇ ਹੁੰਦੇ ਸੀ। ਅੱਛਾ ਜੀ। ਤੁਰ ਕੇ ਜਾਣ ਨੂੰ ਇੰਨੀ ਸੰਗਤ ਸੀ ਵੀ 2-2.5 ਘੰਟੇ ਨਾ ਜੇ ਤੇਜ਼ੀ ਨਾਲ ਜਾਂਦੇ ਹੋ ਤਾਂ ਲੱਗ ਜਾਂਦੇ ਸੀ ਜੀ। ਹੁਣ ਦੇਖ ਲਓ ਵੀ ਸੰਗਤ ਦਾ ਇੰਨਾ ਫਰਕ ਪਿਆ ਕਿ ਗੱਡੀ ਘੁੰਮੇ ਆਉਂਦੀ ਆ ਸਟੇਜ ਦੇ ਉੱਤੇ ਜੀ। ਉਹ ਅੱਛਾ ਜੀ। ਹਾਂ, ਤੁਸੀਂ 5-7 ਮਿੰਟ 'ਚ ਜਾ ਕੇ ਉੱਥੇ ਗੱਡੀ 'ਚ ਆਪਦੇ ਜਿੱਥੇ ਸਾਡਾ ਹੋਇਆ ਉੱਥੇ ਆ ਸਕਦੇ ਆ। ਤੁਹਾਨੂੰ ਕੀ ਲੱਗਦਾ ਵੀਰ ਜੀ, ਕਾਰਨ ਕੀ ਹੈ ਇਸ ਚੀਜ਼ ਦੇ ਪਿੱਛੇ, ਵੀ ਜਿਹੜੀ ਸੰਗਤ ਘਟੀ ਆ ਜਾਂ ਉਤਸ਼ਾਹ ਘਟਿਆ ਲੋਕਾਂ ਦਾ, ਇਹਦਾ ਕਾਰਨ ਕੀ ਆ ਵੀਰ ਜੀ? ਇਹਦਾ ਕਾਰਨ ਇਹ ਹੈ ਜੀ, ਇਸ ਮੋਰਚੇ ਵਿੱਚ ਨੌਜਵਾਨਾਂ ਨੇ ਬਹੁਤ ਵੱਧ ਚੜ ਕੇ ਹਿੱਸਾ ਲਿਆ ਸੀ। ਉਹ ਜਿਹੜੇ ਨੌਜਵਾਨ ਨੇ ਨਾ, ਜਦ ਤੋਂ ਬਾਅਦ ਦੀਪ ਸਿੱਧੂ ਔਰ ਲੱਖੇ ਸਿਧਾਣੇ ਤੇ ਇਹਨਾਂ ਨੇ ਪਰਚੇ ਦੇ ਤੇ ਪੁਲਿਸ ਨੇ ਛਾਪੇਮਾਰੀਆਂ ਕਰ ਲੀਆਂ, ਉਹ ਜਿਹੜਾ ਨੌਜਵਾਨ ਸੀ ਉਹ ਸਾਰੇ ਦਾ ਸਾਰਾ ਵਾਪਸ ਆ ਗਿਆ। ਇਹ ਬੜਾ ਹੀ ਚਿੰਤਾ ਦਾ ਵਿਸ਼ਾ ਇਹ, ਔਰ ਬਹੁਤ ਚਿੰਤਾਜਨਕ ਇਹ ਗੱਲ ਹੈ। ਔਰ ਉਸ ਤੋਂ ਬਾਅਦ ਨੌਜਵਾਨ ਵਾਪਸ ਆ ਗਿਆ। ਹੁਣ ਅਸੀਂ ਉਰੇ ਲੱਗੇ ਹੋਏ ਆ, ਜਿੰਨੇ ਸ਼ੰਭੂ ਮੋਰਚੇ ਵਾਲੇ ਮੁੰਡੇ ਸੀ, ਦੀਪ ਸਿੱਧੂ ਦਾ ਪਰਿਵਾਰ ਹੈ, ਤੇ ਅਸੀਂ ਲੱਗੇ ਹੋਏ ਆ, ਛੋਟੇ-ਛੋਟੇ ਮਾਰਚ ਕੱਢ ਰਹੇ ਆ ਪਿੰਡਾਂ 'ਚ। ਕੱਲ ਅਸੀਂ ਆਪਣਾ 9 ਸਿੰਘ ਤੋਂ ਆਪਣਾ ਮਾਰਚ ਕੀਤਾ ਦੀਪ ਦੇ ਪਿੰਡ ਉਦੇ ਕਰਨ ਤੱਕ। ਬਹੁਤ ਜ਼ਿਆਦਾ ਰਿਸਪੌਂਸ ਮਿਲਿਆ, ਬਹੁਤ ਜ਼ਿਆਦਾ ਨੌਜਵਾਨ ਉਹਦੇ ਵਿੱਚ ਸ਼ਾਮਲ ਹੋਏ ਜੀ। ਸੋ ਸਾਰਿਆਂ ਨੂੰ ਇਹੀ ਕਿਹਾ ਵੀ ਮੋਰਚਾ ਜਿਹੜਾ ਮੋਰਚਾ ਆਪਾਂ ਢਹਿੰਦੀ ਕਲਾ ਵੱਲ ਨਹੀਂ ਮੋਰਚੇ ਨੂੰ ਜਾਣ ਦੇਣਾ, ਮੋਰਚਾ ਚੜ੍ਹਦੀ ਕਲਾ 'ਚ ਲੈ ਕੇ ਜਾਣਾ, ਔਰ ਮੋਰਚਾ ਆਪਾਂ ਜਿੱਤਣਾ। ਨੌਜਵਾਨਾਂ ਨੂੰ ਦੁਬਾਰਾ ਅਸੀਂ ਪ੍ਰੇਰਿਤ ਕਰ ਰਹੇ ਹਾਂ, ਉਹਨਾਂ 'ਚ ਫੇਰ ਨਵੀਂ ਰੂਹ ਭਰ ਰਹੇ ਹਾਂ ਕਿ ਮੋਰਚੇ 'ਚ ਜਿਵੇਂ ਤੁਸੀਂ ਪਹਿਲਾਂ ਸ਼ਮੂਲੀਅਤ ਕੀਤੀ ਸੀ ਉਸੇ ਤਰ੍ਹਾਂ ਸ਼ਮੂਲੀਅਤ ਕਰੋ। ਨੌਜਵਾਨਾਂ ਤੇ 26 ਜਨਵਰੀ ਤੋਂ ਬਾਅਦ ਕੁਛ ਨਾ ਕੁਛ ਨਿਰਾਸ਼ਾ, ਕੁਛ ਨਾ ਕੁਛ ਨਹੀਂ, ਕਾਫੀ ਜ਼ਿਆਦਾ ਨੌਜਵਾਨ ਮੋਰਚੇ ਤੋਂ ਵਾਪਸ ਆ ਗਿਆ ਸੀ। ਔਰ ਅਸੀਂ ਦੁਬਾਰਾ ਲੋਕਾਂ ਨੂੰ ਲਾਮਬੰਦ ਕਰ ਰਹੇ ਹਾਂ ਕਿ ਮੋਰਚਾ ਆਪਾਂ ਜਿੱਤਣਾ, ਹਰ ਹਾਲਤ 'ਚ ਜਿੱਤਣਾ, ਕਿ ਤੁਸੀਂ ਦੁਬਾਰਾ ਦਿੱਲੀ ਚਲੋ। ਔਰ ਤੁਸੀਂ ਦੇਖੋ ਕੱਲ ਫੇਰ ਜਿਹੜੇ ਅਸੀਂ ਅਪੀਲਾਂ ਕਰ ਰਹੇ ਹਾਂ, ਪਿੰਡਾਂ 'ਚ ਜਾ ਰਹੇ ਹਾਂ, ਲੋਕ ਛੋਟੇ-ਛੋਟੇ ਮਾਰਚ ਕਰ ਰਹੇ ਨੇ ਨੌਜਵਾਨ। ਤੇ ਕੱਲ ਕਾਫੀ ਮਨ ਨੂੰ ਤਸੱਲੀ ਹੋਈ ਜਦ ਅਸੀਂ ਆ ਰਹੇ ਸੀ, ਟਰੈਕਟਰ ਟਰਾਲੀਆਂ ਫੇਰ ਜਾ ਰਹੇ ਸੀ, ਮਨ ਨੂੰ ਕੁਛ ਨਾ ਕੁਛ ਤਸੱਲੀ ਹੋਈ ਵੀ ਲੋਕ ਤੇ ਮੋਰਚੇ 'ਚ ਸ਼ਾਮਲ ਹੋਣਗੇ। ਹਾਂਜੀ ਵੀਰ ਜੀ, ਤੁਹਾਡੀ ਗੱਲ ਦੇ ਨਾਲ ਮੈਂ ਵੀ ਅੱਜ ਆਪਣੀ ਗੱਲ ਜੋੜ ਰਿਹਾ, ਕਿਉਂਕਿ ਪਿਛਲੇ ਜਦੋਂ ਦਾ 26 ਜਨਵਰੀ ਵਾਲਾ ਹੋਇਆ, ਆਪਣਾ ਲਾਲ ਕਿਲ੍ਹੇ ਵਾਲਾ ਹੈਪਨ ਹੋਇਆ, ਉਸ ਤੋਂ ਬਾਅਦ ਸਾਡੇ ਨਾ ਇੱਥੇ ਅਮਰੀਕਾ ਕੈਨੇਡਾ ਦੇ ਵਿੱਚ ਵੀ ਬਿਲਕੁਲ ਸਾਰਾ ਕੁਝ ਠੱਪੇ ਹੋ ਗਿਆ ਸੀਗਾ। ਲੋਕੀ ਕਾਫੀ ਜਾਣੀ ਕਿ ਨਿਰਾਸ਼ਾ ਦੇ ਵਿੱਚ ਚਲੇ ਗਏ ਸੀਗੇ। ਉਸ ਤੋਂ ਬਾਅਦ ਕੋਈ ਕਾਰ ਰੈਲੀ ਨਹੀਂ ਹੋਈ, ਕੋਈ ਮੁਜ਼ਾਹਰਾ ਨਹੀਂ ਹੋਇਆ। ਪਰ ਚਲੋ ਅੱਜ ਸਾਡੇ ਨੌਜਵਾਨ ਚੱਕਣ ਚੱਕਿਆ। ਸਾਡੇ ਵੀ ਕੈਲੀਫੋਰਨੀਆ ਵਿੱਚ ਇੱਕ ਬੇਕਰਸਫੀਲਡ ਸ਼ਹਿਰ ਹੈ, ਉੱਥੇ ਅੱਜ ਰੈਲੀ ਕੱਢੀ ਗਈ ਹੈ ਨੌਜਵਾਨਾਂ ਵੱਲੋਂ, ਤੇ ਕਾਫੀ ਉੱਥੇ ਭਰਵਾਂ ਹੁੰਗਾਰਾ ਮਿਲਿਆ। ਤੇ ਉੱਥੇ ਆਪਣੇ ਵੀਰ ਦੀਪ ਸਿੱਧੂ ਦੇ ਲੱਖੇ ਸਿਧਾਣੇ ਦੇ ਵੀ ਗੱਲ ਕੀਤੀ ਗਈ ਆ। ਤੇ ਹੁਣ ਦੁਬਾਰਾ ਮੈਨੂੰ ਲੱਗਦਾ ਹੈ ਵੀ ਜਦੋਂ ਤੁਸੀਂ ਇੱਥੋਂ ਗੱਲ ਤੋਰੀ ਆ ਨਾ ਪੰਜਾਬ ਤੋਂ, ਉਹਦੇ ਨਾਲ ਹੁਣ ਬਾਹਰਲਿਆਂ ਨੂੰ ਵੀ ਹੰਗਾਰਾ ਮਿਲਿਆ, ਤੇ ਬਾਹਰ ਵੀ ਹੁਣ ਸ਼ੁਰੂ ਹੋ ਗਿਆ ਕੰਮ। ਹੁਣ ਲੋਕੀ ਦੁਬਾਰਾ ਫੇਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਵੀ ਬਾਹਰਲੀਆਂ ਸਟੇਟਾਂ, ਬਾਹਰਲੀਆਂ ਕੰਟਰੀਆਂ ਵਿੱਚ ਵੀ ਦੁਬਾਰਾ ਜਿਹੜੇ ਰੋਸ ਮਾਰਚ, ਕਾਰ ਰੈਲੀਆਂ ਨਿਕਲੂਗੀਆਂ ਤੇ ਇਸ ਸੰਘਰਸ਼ ਦੇ ਹੱਕ ਵਿੱਚ। ਮੈਨੂੰ ਇਹ ਲੱਗਦਾ ਵੀ ਜਿਹੜਾ ਇਹ ਬੇਰੁਖੀ ਆਈ ਆ ਜਿਹੜੀ ਸਾਡੇ ਨੌਜਵਾਨਾਂ ਦੇ ਵਿੱਚ, ਇਹਦਾ ਕਾਰਨ ਇਹ ਨਹੀਂ ਵੀ ਜਿਹੜੀ ਇੱਥੋਂ ਸਿੰਘੂ ਬਾਰਡਰ ਤੋਂ ਵੀ ਬਹੁਤ ਜਿਹੜੇ ਉੱਥੇ ਦੇ ਕਿਸਾਨ ਆਗੂ ਸੀ ਉਹਨਾਂ ਵੱਲੋਂ ਬੇਰੁਖੀ ਦਿਖਾਈ ਗਈ ਨੌਜਵਾਨਾਂ ਪ੍ਰਤੀ, ਇੱਕ ਨਾ ਰੁੱਖਾ ਪੰਜਾ ਦਿਖਾਇਆ ਗਿਆ। ਉਹਦੇ ਕਾਰਨ ਵੀ ਮੈਂ ਖਿਆਲ ਜਿਹੜੇ ਸਾਡੇ ਨੌਜਵਾਨ ਨੇ ਕਾਫੀ ਨਿਰਾਸ਼ ਹੋਏ ਲੱਗਦੇ ਆ।
ਬਿਲਕੁਲ ਜੀ, ਨੌਜਵਾਨਾਂ ਨੂੰ ਸਟੇਜ ਤੇ ਬੋਲਣ ਨਹੀਂ ਦਿੱਤਾ ਜਾਂਦਾ, ਸਟੇਜ ਦੇ ਨੇੜੇ ਵੀ ਨਹੀਂ ਜਾਣ ਦਿੱਤਾ ਜਾਂਦਾ। ਲੱਖੇ ਸਿਧਾਣੇ ਨੂੰ, ਦੀਪ ਸਿੱਧੂ ਨੂੰ, ਹੋਰ ਵੀ ਜਿਹੜੇ ਨੌਜਵਾਨ ਜਾ ਕੇ ਅਸੀਂ ਉੱਥੇ ਜਾ ਕੇ ਚਿੱਟ ਦਿੰਦੇ ਨੇ। ਉਹ ਜਿਹੜੇ ਤੁਸੀਂ ਦੇਖੋ ਵੀ ਉਹ ਹਰਿਆਣੇ ਵਾਲਾ ਬੰਦਾ ਸੀਗਾ ਬੋਲ ਰਿਹਾ ਕੱਲ ਪਰਸੋਂ, ਤੁਸੀਂ ਦੇਖ ਹੀ ਲਿਆ ਹੋਣਾ ਮੀਡੀਆ ਤੇ ਜੀ, ਕਿੰਨਾ ਉਹਨਾਂ ਦਾ ਜਲੂਸ ਕੱਢਿਆ ਉਹਨੇ ਜੀ। ਇਸੇ ਤਰ੍ਹਾਂ ਕਰਦੇ ਨੇ ਇਹ ਹਰੇਕ ਨਾਲ ਜੀ ਜੀ। ਉਹ ਤਾਂ ਅੱਜ ਵੀ ਮੈਂ ਦੇਖ ਰਿਹਾ ਸੀਗਾ, ਜਿਹੜੇ ਇਹਨੇ ਬਰਨਾਲਾ ਦੇ ਵਿੱਚ ਰੈਲੀ ਹੋਈ ਆ, ਉੱਤੇ ਜਿਹੜੇ ਆਪਣੇ ਜੋਗਿੰਦਰ ਸਿੰਘ ਉਗਰਾਹਾਂ ਉਹਨਾਂ ਦੀਆਂ ਉਹ ਸਟੇਟਮੈਂਟ ਉਹਦੀ ਸਾਰਿਆਂ ਨੇ ਸੁਣੀਆਂ ਹੋਣੀਆਂ। ਉਹ ਕਾਫੀ ਤਲਖੀ ਦੇ ਵਿੱਚ ਗੱਲ ਕਰਦੇ ਸੀਗੇ, ਤੇ ਉਹ ਤਾਂ ਆਪਣੇ ਆਪ ਇਹ ਵੀ ਕਹਿ ਸੀਗੇ ਵੀ ਮੈਂ ਇਹਨਾਂ 32 ਜਿਹੜੀ ਜਥੇਬੰਦੀ ਉਹਨਾਂ ਦੇ ਵਿੱਚ ਵੀ ਹੈ ਨਹੀਂ, ਮੇਰਾ ਤਾਂ ਆਪਣਾ ਜੁਦੀ ਜਥੇਬੰਦੀ ਹੈ। ਮਤਲਬ ਇਹ ਆਪੋ ਆਪਣੀ ਡਫਲੀ ਬਣਾਉਣ ਦੇ ਵਿੱਚ ਵੀ ਕਿਤੇ ਨਾ ਕਿਤੇ ਲੱਗੇ ਹੋਏ ਆ, ਤੇ ਵਿੱਚ ਇਹ ਕਹਿਣ ਡਿਆ ਵੀ ਅਸੀਂ ਇਹਨਾਂ ਨੌਜਵਾਨਾਂ ਦਾ ਠੇਕਾ ਨਹੀਂ ਲਿਆ ਆ। ਜਦੋਂ ਤੁਸੀਂ ਹੁਣ ਏਦਾਂ ਦੀਆਂ ਗੱਲਾਂ ਸਟੇਜਾਂ ਤੇ ਕਰੋਗੇ, ਮੀਡੀਆ ਮੂਹਰੇ ਕਹੋਗੇ ਵੀ ਅਸੀਂ ਨੌਜਵਾਨਾਂ ਦਾ ਠੇਕਾ ਨਹੀਂ ਲਿਆ ਆ, ਤਾਂ ਫਿਰ ਬਾਕੀ ਨੌਜਵਾਨ ਤੁਹਾਡੇ ਨਾਲ ਕਿਉਂ ਤੁਰਨਗੇ? ਸਭ ਤੋਂ ਵੱਡਾ ਮਸਲਾ ਇਹ ਹੈ ਸੇਫਟੀ ਦਾ, ਵੀ ਲੋਕੀ ਚਾਹੁੰਦੇ ਆ ਜੇ ਸਾਡੇ ਉੱਥੇ ਜਿਹੜੇ ਨੌਜਵਾਨ ਆਪਣੇ ਭੇਜਣੇ ਆ ਦਿੱਲੀ ਮੋਰਚੇ ਦੇ ਉੱਤੇ, ਸਿੰਘੂ ਬਾਰਡਰ ਤੇ ਜਾਂ ਟਿੱਕਰੀ ਬਾਰਡਰ ਤੇ, ਉਹਨਾਂ ਦੀ ਕੋਈ ਸੁਰੱਖਿਆ ਦਾ ਪ੍ਰਬੰਧ ਵੀ ਹੋਣਾ ਚਾਹੀਦਾ। ਜੇ ਸਾਡੇ ਲੀਡਰ ਏਦਾਂ ਦੀਆਂ ਬੇਰੁਖੀਆਂ ਗੱਲਾਂ ਕਰਨਗੇ ਤਾਂ ਫਿਰ ਨੌਜਵਾਨਾਂ ਦੇ ਮਾਪਿਆਂ ਦੇ ਵੀ ਬੜਾ ਸੋਚਣਾ ਪਊਗਾ ਵੀ ਅਸੀਂ ਕੀ ਕਰ ਰਹੇ ਹਾਂ। ਤੇ ਆਪਣੇ ਆਉਣ ਵਾਲੇ ਆਪਣੇ ਸਭ ਤੋਂ ਪਹਿਲਾਂ ਇਹ ਦੱਸੋ, ਤੁਸੀਂ ਦੀਪ ਸਿੱਧੂ ਦੇ ਕੇਸ ਨਾਲ ਵੀ ਕਾਫੀ ਜੁੜੇ ਹੋ, ਤੇ ਉਹਦੇ ਕੀ ਕੋਈ ਉਹਦੇ ਵਿੱਚ ਬਦਲਾਅ ਆਇਆ, ਕੋਈ ਅਪਡੇਟ ਉਹਦੀ ਕੋਈ ਹੈ, ਕੋਈ ਦੀਪ ਸਿੱਧੂ ਵਾਲੇ ਕੇਸ ਦੀ? ਉਹ ਕੱਲ ਨੂੰ ਪਤਾ ਲੱਗੂਗਾ ਜੀ, ਹਾਲੇ ਕੋਈ ਅਪਡੇਟ ਨਹੀਂ, ਹਾਲੇ ਤਾਂ ਉਹ ਰਿਮਾਂਡ ਤੇ ਚੱਲ ਰਿਹਾ, ਹਾਲੇ ਕੋਈ। ਠੀਕ ਹੈ ਜੀ। ਤੇ ਦੇਖਣ ਵਿੱਚ ਇਹ ਵੀ ਆਉਂਦਾ ਵੀ ਦੀਪ ਸਿੱਧੂ ਦੇ ਤੁਸੀਂ ਕਾਫੀ ਸਰਗਰਮ ਆ ਬਈ, ਅਸੀਂ ਵੀ ਚਲੋ ਇੱਥੇ ਸੋਸ਼ਲ ਮੀਡੀਆ ਜੁੜੇ ਹੋ ਆ। ਜਿੱਦਾਂ ਦੀਪ ਸਿੱਧੂ ਨੂੰ ਨਾ ਇੱਕ ਸਾਈਡ ਤੇ ਧੱਕਿਆ ਗਿਆ, ਮੈਨੂੰ ਲੱਗਦਾ ਵੀ ਇਹਦੇ ਪਿੱਛੇ ਕੋਈ ਸਾਜ਼ਿਸ਼ ਲੱਗਦੀ ਹੈ, ਕਿਉਂਕਿ ਉਹ ਨੌਜਵਾਨ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ, ਲੱਖੇ ਸਿਧਾਣੇ ਨੇ ਬੜੀ ਮਿਹਨਤ ਕੀਤੀ, ਤੇ ਇਹਨਾਂ ਨੂੰ ਸਾਈਡ ਤੇ ਕੀ ਕਰਨ ਦੀ ਕੋਸ਼ਿਸ਼ ਦੇ ਪਿੱਛੇ ਕੀ ਇਹਨਾਂ ਦੀ ਮਨਸ਼ਾ ਹੋ ਸਕਦੀ ਹੈ ਲੋਕਾਂ ਦੀ, ਜਿਹੜੇ ਇਹ ਦੂਜੇ ਗਰੁੱਪਾਂ ਵਾਲੇ ਆ, ਜਥੇਬੰਦੀਆਂ ਵਾਲੇ ਆ, ਸਾਰਿਆਂ ਦਾ ਆਪਾਂ ਜੇ ਸਾਰਿਆਂ ਦੇ ਪੱਖ ਤੋਂ ਗੱਲ ਕਰਨੀ ਹੋਵੇ? ਦੇਖੋ, ਦੀਪ ਸਿੱਧੂ ਦਾ ਜਥੇਬੰਦੀਆਂ ਨਾਲ ਕੋਈ ਵੀ ਰੌਲਾ ਨਹੀਂ ਸੀ। ਉਹ ਬੜਾ ਡਿਸਪਲਿਨ ਰਹਿਣ ਵਾਲਾ ਬੰਦਾ ਹੈ, ਪੜ੍ਹਿਆ ਲਿਖਿਆ ਮੁੰਡਾ ਹੈ ਜੀ। ਉਹਨੇ ਕਦੇ ਜਦ ਜਥੇਬੰਦੀਆਂ ਨੇ ਕਹਿਤਾ ਵੀ ਇਹਨੂੰ ਸਟੇਜ ਤੇ ਬੋਲਣ ਨਹੀਂ ਦੇਵਾਂਗੇ, ਨੇੜੇ ਨਹੀਂ ਜਾਣ ਦਿੱਤਾਂਗੇ, ਤੁਸੀਂ ਦੇਖੋ ਵੀ ਉਹ ਇੱਕ ਦਿਨ ਵੀ ਵਿਚਾਰਾ ਸਟੇਜ ਤੇ ਨਹੀਂ ਗਿਆ। ਠੀਕ ਹੈ ਜੀ। ਉਹ ਆਪਣੀ ਐਡੀ ਵਧੀਆ ਲਾਈਫ ਸਟਾਈਲ ਜ਼ਿੰਦਗੀ, VIP ਜ਼ਿੰਦਗੀ ਛੱਡ ਕੇ ਪੰਜਾਬ ਲਈ ਮਿੱਟੀ ਨਾਲ ਮਿੱਟੀ ਹੋਣ ਆਇਆ। ਉਰੇ ਆ ਕੇ ਉਹਨੇ ਮੋਰਚਾ ਲਾਇਆ ਸ਼ੰਭੂ, ਫਿਰ ਉਹ ਦਿੱਲੀ ਬੈਠਾ ਆਪਣਾ, ਉਹਦੇ ਨਾਲ ਦੇ ਜਿਹੜੇ ਸਿੰਘ ਨੇ ਉਹਨਾਂ ਨੂੰ ਲਈ। ਪਰ ਜਥੇਬੰਦੀਆਂ ਨੇ ਇਹ ਬੇਰੁਖੀ ਕਿਉਂ ਦਿਖਾਈ ਹੈ, ਇਹਦਾ ਕਾਰਨ ਮੈਂ ਤੁਹਾਨੂੰ ਦੱਸਦਾ। ਇਹਦਾ 2-3 ਕਾਰਨ ਸੀਗੇ ਇਹਦੇ। ਇੱਕ ਤਾਂ ਉਹ ਬੁਲਾਰਾ ਬਹੁਤ ਵਧੀਆ ਜੀ, ਇੱਕ ਤਾਂ ਬੁਲਾਰਾ ਬਹੁਤ ਵਧੀਆ। ਨੰਬਰ 2 ਤੇ ਉਹ ਪੜ੍ਹਿਆ ਲਿਖਿਆ ਇਨਸਾਨ ਹੈ ਬਹੁਤ ਜ਼ਿਆਦਾ, ਔਰ ਵਕੀਲ ਹੈ ਬਹੁਤ ਚੋਟੀ ਦਾ। ਇਸ ਕਰਕੇ ਜਥੇਬੰਦੀਆਂ ਦੇ ਜਿਹੜੇ ਆਗੂ ਨੇ, ਇਹਨਾਂ ਚੋਂ ਜ਼ਿਆਦਾ ਤਾਂ ਬਹੁਤੇ ਪੜ੍ਹੇ ਲਿਖੇ ਨਹੀਂ, ਜਿਹੜੇ 1-2 ਕੋਨੇ ਮਾੜੇ ਮੋਟੇ ਪੜ੍ਹੇ ਲਿਖੇ ਨੇ, ਉਹਨਾਂ ਨੂੰ ਨੌਲੇਜ ਹੈ। ਜਦ ਦੀਪ ਸਿੱਧੂ ਇਹਨਾਂ ਦੇ ਸਾਹਮਣੇ ਖੜਦਾ ਨਾ, ਆਪਣੇ ਆਪ ਨੂੰ ਬੌਨਾ ਮਹਿਸੂਸ ਕਰਦੇ ਨੇ। ਉਹਨਾਂ ਨੂੰ ਕਿਤੇ ਨਾ ਕਿਤੇ ਇਹ ਡਰ ਰਹਿੰਦਾ ਵੀ ਇਹ ਕ੍ਰੈਡਿਟ ਕਿਤੇ ਦੀਪ ਸਿੱਧੂ ਨੂੰ ਨਾ ਚਲਿਆ ਜਾਵੇ ਇਸ ਮੋਰਚੇ ਦਾ। ਇਹ ਕ੍ਰੈਡਿਟ ਮਾਰਚੇ ਉਲਝ ਕੇ ਉਹਨਾਂ ਨੇ ਇਹ ਸਾਰਾ ਆਪਣਾ ਇਹ ਵਰਤਾਰਾ ਵਰਤਾ ਰਹੇ ਨੇ, ਔਰ ਜਿਹੜਾ ਇਹ ਹੈ ਬਿਲਕੁਲ ਗਲਤ ਕਰ ਰਹੇ ਨੇ। ਕੋਈ ਬਹੁਤੀ ਵਧੀਆ ਗੱਲ ਨਹੀਂ ਜਥੇਬੰਦੀਆਂ ਲਈ। ਇੱਕ ਗੱਲ ਹੋਰ ਵੀ ਵੀਰ ਜੀ ਲੱਗਦੀ ਹੈ, ਜਿੱਦਾਂ ਨਾ ਇਹ ਇੱਕ ਤਾਂ ਚਲੋ ਸਾਡੇ ਖੇਤਾਂ ਦਾ ਅੰਦੋਲਨ ਹੈ, ਖੇਤਾਂ ਦੀ ਰਾਖੀ ਲਈ ਜਾਂ ਜਿਹੜੇ 3 ਕਾਲੇ ਕਾਨੂੰਨ ਨੇ ਉਹਨੂੰ ਵਾਪਸ ਕਰਾਉਣ ਲਈ ਸੰਘਰਸ਼ ਲੜ ਰਹੇ ਆ। ਚਲੋ ਸਾਰੇ ਪੰਜਾਬੀ ਇਹਦੇ ਯੋਗਦਾਨ ਪਾ ਰਹੇ ਆ, ਪਾਉਣਾ ਵੀ ਚਾਹੀਦਾ ਆ, ਸਾਡੀ ਹੋਂਦ ਦਾ ਸਵਾਲ ਆ। ਮੈਨੂੰ ਲੱਗਦਾ ਵੀ ਨਾਲ ਜਿਹੜੀਆਂ ਉੱਥੇ 32-33 ਕਿਸਾਨ ਜਥੇਬੰਦੀਆਂ, ਇਹ ਇੱਕ ਪੱਖ ਤਾਂ ਇਹ ਕਿਸਾਨੀ ਅੰਦੋਲਨ ਵੀ ਲੈ ਕੇ ਆਓ, ਤੇ ਨਾਲ ਕਿਤੇ ਨਾ ਕਿਤੇ ਇਹਨਾਂ ਦੇ ਅੰਦਰ ਜਿਹੜੀ ਰਾਜਸੀ ਸੱਤਾ ਉਹ ਵੀ ਕੰਮ ਕਰਦੀ ਆ। ਵੀ ਜਿੱਦਾਂ ਕਿ ਤੁਸੀਂ ਗੱਲ ਕੀਤੀ ਕ੍ਰੈਡਿਟ ਲੈਣ ਦੀ, ਵੀ ਇਹ ਜਿੱਤ ਕੇ ਜਾਵਾਂਗੇ ਤੇ ਬਾਅਦ ਚ ਕ੍ਰੈਡਿਟ ਲਵਾਂਗੇ ਤਾਂ ਅਸੀਂ ਫਿਰ ਜਿਹੜਾ ਪੰਜਾਬ ਦੇ ਵਿੱਚ ਜਿਹੜੇ ਵਜ਼ੀਰੀਆਂ ਦਾ ਆਨੰਦ ਮਾਣਾਂਗੇ। ਇਹ ਵੀ ਕਿਤੇ ਨਾ ਕਿਤੇ ਲੱਗਦਾ ਵਿੱਚ ਜ਼ਰੂਰੀ। ਬਿਲਕੁਲ, ਤੁਸੀਂ ਸੋਚ ਵੀ ਨਹੀਂ ਸਕਦੇ। ਅਸੀਂ ਤਾਂ ਉੱਥੇ ਰਹੇ ਆ। ਇਹ ਤਾਂ ਚੀਫ ਮਿਨਿਸਟਰੀ ਦੀ ਫੀਲਿੰਗ ਲੈ ਰਹੇ ਨੇ ਬੰਦੇ, ਮਿਨਿਸਟਰਾਂ ਦੀ ਫੀਲਿੰਗ ਲੈ ਰਹੇ ਨੇ, ਚੇਅਰਮੈਨਾਂ ਦੀ। ਔਰ ਜਦ ਕੋਈ ਯੂਨੀਅਨ ਦਾ ਬੰਦਾ ਜਿਹੜਾ ਉਹਦੇ ਸਾਈਕਲ ਤੇ ਫਿਰਦਾ ਸੀ, ਉਹਦੇ ਆਲੇ ਦਾ 200 ਬੰਦਾ ਬਾਂਸ ਲੈ ਕੇ ਘੇਰਾ ਬਣਾ ਕੇ ਉਹਨੂੰ ਲੈ ਕੇ ਜਾਂਦਾ। ਅੱਛਾ ਜੀ। ਆਪਾਂ ਅੰਦੋਲਨ ਰਹੇ ਆ ਤੇ ਉੱਥੇ ਡਰਾਮਾ ਦੇਖੋ ਕੀ ਕਰ ਰਹੇ ਨੇ। 150-200 ਬੰਦਾ ਉਹਦੇ ਆਲੇ ਦਾਲੇ ਬਾਂਸ ਫੜ ਕੇ ਖੜਦਾ, ਤੇ ਫਿਰ ਉਹ ਵਿਚਾਲੇ ਤੁਰਿਆ ਲਈ ਜਾਂਦਾ, ਇੱਕ ਉਹਦੇ ਨਾਲ ਫੋਨ ਫੜਿਆ ਲਈ ਜਾਂਦਾ ਬੰਦਾ। ਇਸ ਤਰ੍ਹਾਂ ਦਾ ਉੱਥੇ ਡਰਾਮਾ ਵੀ ਬਹੁਤ ਜ਼ਿਆਦਾ ਦੇਖਣ ਨੂੰ ਮਿਲਿਆ ਜੀ। ਫਿਰ ਇਹਦਾ ਮਤਲਬ ਇਹਨਾਂ ਲੋਕਾਂ ਨੂੰ ਅੰਦਰੋਂ ਅੰਦਰ ਹੀ ਇਹ ਬੰਦੇ ਡਰੇ ਹੋਏ, ਇਹਨਾਂ ਨੂੰ ਪਤਾ ਵੀ ਸਭ ਤੋਂ ਬਹੁਤ ਵੱਡੀ ਗਲਤੀ ਹੋ ਗਈ ਆ, ਤਾਂ ਹੀ ਫਿਰ ਜਿੱਦਾਂ ਇਹ ਆਪਣੀ ਪਰਸਨਲ ਸਿਕਿਉਰਿਟੀ ਜਾਂ ਪਿੱਛੇ ਦਾ ਸਰਕਾਰੀ ਸਿਕਿਉਰਿਟੀ ਦਾ ਰੌਲਾ ਪਿਆ ਹਟਿਆ, ਵੀ ਤਾਂ ਹੀ ਸਿਕਿਉਰਿਟੀ ਲੈਣੀ ਮਹਿਸੂਸ ਕਰਦੇ ਆ, ਉਹਨੂੰ ਪਤਾ ਵੀ ਅੰਦਰੋਂ ਅੰਦਰ ਗਲਤ ਆ ਅਸੀਂ। ਬਿਲਕੁਲ ਜੀ। ਜਿਹੜਾ ਗਲਤ ਕਰੂਗਾ ਉਹ ਫਿਰ ਉਸ ਦਾ ਖਿਆਮਜਾ ਤਾਂ ਉਹਨੂੰ ਭੁਗਤਣਾ ਹੀ ਪੈਂਦਾ ਹੁੰਦਾ। ਗਲਤੀ ਕਰਨੀ ਨਹੀਂ ਸੀ ਚਾਹੀਦੀ। ਮੈਂ ਸ਼ੁਰੂ ਤੋਂ ਜਥੇਬੰਦੀਆਂ ਨੂੰ ਕਹਿ ਕੇ ਆਇਆ ਕਈ ਵਾਰ ਜਾ ਕੇ, ਵੀ ਜਿਹੜੀ ਰਾਜਨੀਤੀ ਕਰਨੀ ਆ ਉਹ ਪੰਜਾਬ ਜਾ ਕੇ ਰਾਜਨੀਤੀ ਕਰ ਲਿਓ ਜੀ। ਇਹਨੂੰ ਅੰਦੋਲਨ ਰਹਿਣ ਦਿਓ। ਇਸ ਅੰਦੋਲਨ ਵਿੱਚ ਹਰ ਬੰਦੇ ਨੂੰ ਸ਼ਮੂਲੀਅਤ ਕਰਨ ਦਿਓ। ਤੁਸੀਂ ਇਹ ਨਾ ਕਹੋ ਵੀ ਇਹਨੂੰ ਨਹੀਂ ਬੋਲਣ ਦੇਣਾ, ਇਹਨੂੰ ਨਹੀਂ ਬੋਲਣ ਦੇਣਾ, ਇਹਨੂੰ ਨਹੀਂ ਬੋਲਣ ਦੇਣਾ। ਇਸ ਤਰ੍ਹਾਂ ਨਾ ਕਰੋ। ਸ਼ੰਭੂ ਮੋਰਚਾ ਦੀਪ ਸਿੱਧੂ ਨੇ ਲਾਇਆ ਸੀ, ਉੱਥੇ ਹਰ ਇੱਕ ਬੰਦੇ ਨੂੰ ਆਪਣੇ ਵਿਚਾਰ ਰੱਖਣ ਦਾ ਮੌਕਾ ਦਿੱਤਾ ਜਾਂਦਾ ਸੀ।
ਜੀ ਠੀਕ ਆ ਜੀ। ਉੱਥੇ ਤਾਂ ਜੇ ਕੋਈ ਬੋਲਦਾ ਵੀ ਹੈ ਉਹਦੇ ਤੇ ਕੋਡ ਆਫ ਕੰਟੈਕਟ ਲਾ ਦਿੰਦੇ ਨੇ ਵੀ ਤੇ ਆਹ ਨਹੀਂ ਬੋਲਣਾ ਤੇ ਆਹ ਨਹੀਂ ਬੋਲਣਾ ਤੇ ਉਹ ਨਹੀਂ ਬੋਲਣਾ। ਫਿਰ ਬੰਦਾ ਆਪਣੇ ਵਿਚਾਰ ਕਿਵੇਂ ਰੱਖ ਸਕਦਾ ਜੀ ਉੱਥੇ ਖੁੱਲ ਕੇ? ਜੀ ਬਿਲਕੁਲ ਜੀ। ਦੂਸਰੀ ਗੱਲ ਇਹ ਵੀ ਆ ਤਲਵਾੜਾ ਸਾਹਿਬ ਵੀ ਜਿੱਦਾਂ ਨਹੀਂ ਇਲਜ਼ਾਮ ਲਾਏ ਆ ਦੀਪ ਸਿੱਧੂ ਤੇ ਜਿਹੜੀਆਂ ਸੰਯੁਕਤ ਮੋਰਚੇ ਦੇ ਵਿੱਚ ਕਿਸਾਨ ਜਥੇਬੰਦੀਆਂ ਜਿੱਦਾਂ ਉੱਥੋਂ ਬੋਲੇ ਆ ਸਟੇਜ ਦੇ ਉੱਤੇ, ਜਿਹੜੇ ਉੱਤੇ ਇਲਜ਼ਾਮ ਲਾਇਆ, ਪਰ ਉਸ ਇਲਜ਼ਾਮਾਂ ਨੂੰ ਸਾਬਤ ਕਰਨ ਲਈ ਇਹਨਾਂ ਤੋਂ ਅੱਜ ਤੱਕ ਕੋਈ ਪ੍ਰੂਫ ਤਾਂ ਦੇ ਨਹੀਂ ਹੋਇਆ, ਨਾ ਕੋਈ ਇਦਾਂ ਦੀ ਵੀਡੀਓ ਦਿਖਾ ਸਕੇ ਆ ਜਿਹਦੇ ਵਿੱਚ ਦੀਪ ਸਿੱਧੂ ਜਾਂ ਲੱਖੇ ਸਿਧਾਣੇ ਨੇ ਲੋਕਾਂ ਨੂੰ ਭੜਕਾ ਕੇ ਆਪਣੇ ਮਗਰ ਲਾ ਕੇ ਲਾਲ ਕਿਲੇ ਤੇ ਲਗਾਏ ਹੋਣ। ਇਹ ਤਾਂ ਸ਼ਰੇਆਮ ਹੀ ਸਾਰੀ ਦੁਨੀਆ, ਸਾਡੇ ਹੁਣ ਅਮਰੀਕਾ ਕੈਨੇਡਾ ਸਾਰੇ ਵੀ ਇੱਥੇ ਵੱਸਦੇ ਆ, ਸਾਡਾ ਰੋਜ਼ ਲੋਕਾਂ ਨਾਲ ਬਾਹ ਪੈਂਦਾ, ਲੋਕੀ ਸ਼ਰੇਆਮ ਕਹਿੰਦੇ ਆ, ਲੋਕੀ ਰੋਂਦੇ ਆ, ਬਿਲਕਦੇ ਆ, ਕਹਿੰਦੇ ਯਾਰ ਸ਼ਰੇਆਮ ਧੱਕਾ ਕਰ ਰਹੇ ਆ ਦੀਪ ਸਿੱਧੂ ਨਾਲ ਇਹ ਵੀ ਉਹਦੀ ਕੋਈ ਇੱਕ ਵੀ ਵੀਡੀਓ ਇਦਾਂ ਦੀ ਹੈ ਨਹੀਂ ਜਿਹਦੇ ਵਿੱਚ ਉਹਨੇ ਇਦਾਂ ਦੀ ਵੱਖਵਾਦ ਦੀ ਗੱਲ ਕੀਤੀ ਹੋਵੇ ਜਾਂ ਭੜਕਾਉਣ ਵਾਲੀ ਗੱਲ ਕੀਤੀ ਹੋਵੇ। ਉਹਨਾਂ ਨੇ ਜਿੰਨੀਆਂ ਵੀਡੀਓ ਆਈਆਂ ਇਹ ਕਿਹਾ ਸੀਗਾ ਵੀ ਜਿਹੜੇ ਸਾਡੇ ਕਿਸਾਨ ਆਗੂ ਆ ਵੀ ਅਸੀਂ ਉਹਨਾਂ ਦਾ ਸਾਥ ਦਈਏ। ਚਲੋ ਇੱਕ ਦੋ ਵਾਰੀ ਉਹਨੇ ਰਿਕੁਐਸਟ ਕੀਤੀ ਸੀ ਵੀ ਜੇ ਹੋ ਸਕੇ ਤਾਂ ਸਾਨੂੰ ਵੀ ਵਿੱਚ ਕਿਤੇ ਬਿਠਾ ਲਿਆ ਕਰੋ, ਉਹ ਚੰਗੀ ਗੱਲ ਹੈ, ਸੁਹਿਰਦਤਾ ਸੀ ਉਹਨਾਂ ਦੀ, ਪਰ ਇਹਨਾਂ ਨੇ ਵੱਧ ਤੋਂ ਵੱਧ ਉਹਨੂੰ ਇਗਨੋਰ ਕਰਨ ਦੀ ਕੋਸ਼ਿਸ਼ ਕੀਤੀ ਆ। ਜੀ ਹਾਂਜੀ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਇੱਕ ਵੀ ਕਲਿੱਪ ਦੀਪ ਸਿੱਧੂ ਬਾਰੇ ਜਾਂ ਲੱਖੇ ਸਿਧਾਣੇ ਬਾਰੇ ਇਹ ਦਿਖਾ ਨਹੀਂ ਸਕੀਆਂ ਵੀ ਆਹ ਦੇਖੋ ਇਹਨਾਂ ਨੇ ਮੋਰਚੇ ਦਾ ਨੁਕਸਾਨ ਕੀਤਾ ਜਾਂ ਮੋਰਚੇ ਦੇ ਇਹ ਉਲਟ ਭੁਗਤੇ ਨੇ। ਦੀਪ ਸਿੱਧੂ ਦੀ ਤਾਂ ਇੱਕ ਫੋਟੋ ਹੈ, ਦੀਪ ਸਿੱਧੂ ਐਕਟਰ ਸੀ, ਬੰਬੇ ਰਹਿੰਦਾ ਸੀ, ਸਨੀ ਦਿਓਲ ਨਾਲ ਉਹਦੀ ਆੜੀ ਸੀ, ਉਹ ਫੋਟੋ ਚੱਕ ਦਿਖਾਈ ਜਾਂਦੇ ਨੇ, ਉਹੀ ਟੈਗ ਲਾਈ ਜਾਂਦੇ ਨੇ ਇਹ RSS ਦਾ, ਇਹ BJP ਦਾ। ਇਹ ਜਿੰਨੇ ਯੂਨੀਅਨ ਵਾਲੇ ਨੇ ਇਹਨਾਂ ਦੀਆਂ ਸਾਰਿਆਂ ਦੀਆਂ ਫੋਟੋਆਂ ਨੇ ਹੁਣ ਤਾਂ ਵਾਇਰਲ ਹੋ ਗਈਆਂ, ਵਾਇਰਲ ਹੋ ਗਈਆਂ ਜੀ, ਬਿਲਕੁਲ ਹੁਣ ਤਾਂ ਵਾਇਰਲ ਹੋ ਗਈਆਂ। ਪੁਲਿਸ ਅਫਸਰਾਂ ਨਾਲ ਫੋਟੋਆਂ ਨੇ, ਸਾਰੇ ਪੋਲੀਟੀਸ਼ੀਅਨਾਂ ਨਾਲ ਫੋਟੋਆਂ ਨੇ। ਫਿਰ ਇਹ ਪੋਲੀਟੀਸ਼ੀਅਨਾਂ ਤੋਂ ਟਿਕਟਾਂ ਮੰਗਦੇ ਰਹੇ ਨੇ ਕਾਫੀ ਬੰਦੇ, ਇਹਨਾਂ ਚੋਂ ਪੋਲੀਟੀਸ਼ੀਅਨਾਂ ਨੇ ਇਹ ਕੱਢ ਕੇ ਮਾਰੇ। ਪਿੱਛੇ ਤੁਸੀਂ ਦੇਖਿਓ ਆਪਣਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਾਂ ਇਹਨਾਂ ਨੂੰ ਕਦੇ ਮੂੰਹੇ ਨਹੀਂ ਸੀ ਲਾਇਆ, ਉਹ ਤਾਂ ਇਹਨਾਂ ਨੂੰ ਨੈਕਸਟ ਸਟੇਟ ਦੱਸਦਾ ਹੁੰਦਾ ਸੀ। ਠੀਕ ਹੈ ਜੀ। ਤੇ ਅੱਜ ਮੈਂ ਤੁਹਾਨੂੰ ਇੱਥੋਂ ਗੱਲ, ਮੈਂ ਕਦੇ ਚੋਰੀ ਛਿੱਪੇ ਜਾਂ ਕਦੇ ਕੋਈ ਇਹੋ ਜਿਹੀ ਗੱਲ ਨਹੀਂ ਕਰੀ। ਅੱਜ ਸੁਖਬੀਰ ਸਿੰਘ ਬਾਦਲ ਜਿਹੜੀ ਜਦ ਗੱਲ ਕਹਿੰਦਾ ਸੀ ਉਹ ਗੱਲਾਂ ਅੱਜ ਸੱਚੀਆਂ ਲੱਗਦੀਆਂ ਨੇ ਵੀ ਵਾਕਈ ਉਹਨੇ ਯਾਰ ਇਹਨਾਂ ਨੂੰ ਠੀਕ ਹੀ ਕਿਹਾ ਸੀ। ਜੀ ਨਹੀਂ ਬਿਲਕੁਲ ਜੀ, ਉਹ ਸਾਰਾ ਕੁਝ ਸਾਹਮਣੇ ਆ ਰਿਹਾ ਵੀ ਇਹਨਾਂ ਲੋਕਾਂ ਦੇ ਕਿਰਦਾਰ ਜਿਹੜੇ ਆ ਪੁਰਾਣੇ। ਅੱਛਾ ਫੇਰ ਇੱਕ ਹੋਰ ਬੜਾ ਡਰਾਮਾ ਉਤੋਂ ਕੀਤਾ ਗਿਆ ਵੀ ਇਹ ਜਿਹੜੀ ਸਟੇਜ ਹੈ ਇੱਥੇ ਕੋਈ ਰਾਜਨੀਤਿਕ ਬੰਦਾ ਨਹੀਂ ਬੋਲ ਸਕਦਾ ਆ ਕੇ, ਪਰ ਆਪ ਅੰਦਰੋਂ ਖਾਤੀ ਤਕਰੀਬਨ ਸਾਰੇ ਰਾਜਨੀਤਿਕ ਹੀ ਆ। ਜਿੱਦਾਂ ਹੁਣ ਜੋਗਿੰਦਰ ਯਾਦਵ ਵਰਗੇ ਸਾਰਿਆਂ ਨੂੰ ਪਤਾ ਵੀ ਉਹ ਰਾਜਨੀਤੀ ਵਾਲੇ ਬੰਦੇ ਆ ਤੇ ਉਹ ਉੱਥੇ ਬੋਲਣ ਡਿਆ ਵਾ। ਤੇ ਆਪਣੇ ਇਹ ਜਿੱਦਾਂ ਉਹ ਟਿੱਕਰੀ ਬਾਰਡਰ ਤੇ ਵੀ ਇਹਨੀ ਕਿੱਦਾਂ ਆਪਣੇ ਨੈਕਸਲਾਈਟ ਸਾਥੀ ਜ਼ਿਲ੍ਹਾ ਦੇ ਵਿੱਚ ਸੀ ਉਹਨਾਂ ਦਾ ਪ੍ਰਦਰਸ਼ਨ ਕੀਤਾ, ਫੋਟੋਆਂ ਲਾਈਆਂ, ਜਿੱਦਾਂ ਆਪਣੇ ਆਪ ਨੂੰ ਸਾਰਾ ਪ੍ਰਮੋਟ ਕਰਦੇ ਆ, ਲਾਲ ਝੰਡੇ ਨੂੰ ਪ੍ਰਮੋਟ ਕਰਦੇ ਆ ਤੇ ਜਿਹੜੇ ਸਾਡਾ ਖਾਲਸਾ ਨਿਸ਼ਾਨ ਸਾਹਿਬ ਤੇ ਉਹਦੀ ਵਿਰੋਧਤਾ ਕਰਦੇ ਆ। ਤੇ ਇਹ ਵੀ ਦੋਗਲਾਪਨ ਹੈ ਇਹਨਾਂ ਦਾ ਵੀ ਤੁਸੀਂ ਜਾਂ ਤਾਂ ਬਿਲਕੁਲ ਕਿਸਾਨੀ ਸੰਘਰਸ਼ ਰੱਖੋ, ਜੇ ਤੁਸੀਂ ਆਪਣੀ ਜਿਹੜੀ ਸੰਸਥਾ ਉਹਨੂੰ ਪ੍ਰਮੋਟ ਕਰ ਸਕਦੇ ਆ ਤਾਂ ਫਿਰ ਤੁਸੀਂ ਦੂਜਿਆਂ ਨੂੰ ਕਿਉਂ ਰੋਕਦੇ ਆ। ਤੇ ਆਪਣਾ ਹੁਣ ਤੁਸੀਂ ਪੰਜਾਬ ਵਿੱਚ ਵਿਚਰਦੇ ਆ ਤੇ ਹੁਣ ਤੁਸੀਂ ਅਗਲੇ ਕੀ ਪਲਾਨ ਆਪਣੇ ਲੈ ਕੇ ਚੱਲ ਰਹੇ ਆ? ਜਿਹੜਾ ਅੰਦੋਲਨ ਆ, ਇਹ ਅੰਦੋਲਨ ਆਪਾਂ ਜਿੱਤਣਾ ਹੈ, ਜਿੱਤ ਕੇ ਵਾਪਸ ਆਉਣਾ ਆ, ਉਹਦੇ ਲਈ ਆਪਾਂ ਨੂੰ ਕੋਈ ਜ਼ਰੂਰ ਹੰਬਲਾ ਮਾਰਨਾ ਪੈਣਾ। ਉਹਦੇ ਲਈ ਸਾਨੂੰ ਦੱਸੋ ਤੁਸੀਂ ਆਉਣ ਵਾਲੇ ਦਿਨਾਂ ਵਿੱਚ ਕੀ ਪ੍ਰੋਗਰਾਮ ਲਿਖਿਆ ਤੇ ਤਾਂ ਜੋ ਤੁਹਾਡੀ ਆਵਾਜ਼ ਆ ਘਰ ਘਰ ਤੱਕ ਪਹੁੰਚਦੀ ਆਪਣੇ ਪਹੁੰਚਾਈ ਜਾ ਸਕੇ। ਦੇਖੋ ਅਸੀਂ ਜਿੰਨੇ ਦੀਪ ਸਿੱਧੂ ਦੇ ਨਾਲ ਮੁੰਡੇ ਸੀ ਸ਼ੰਭੂ ਮੋਰਚੇ ਤੇ, ਸਾਰਿਆਂ ਨੇ ਇਕੱਠੇ ਹੋ ਕੇ ਮੀਟਿੰਗ ਕਰਕੇ ਇਹ ਪਲਾਨ ਬਣਾਇਆ ਵੀ ਇੱਕ ਤਾਂ ਮਾਰਚ ਕੀਤੇ ਜਾਣ ਲੋਕਾਂ ਨੂੰ ਜਾਗਰੂਕ ਕਰਨ ਲਈ, ਇੱਕ ਰੈਲੀਆਂ ਸਾਡੀ ਕਰਨ ਦੀ ਸਲਾਹ ਹੈ, 5 ਰੈਲੀਆਂ ਕਰੀਆਂ ਜਾਣ, ਜਿਵੇਂ ਮਹਿਰਾਜ ਹੋ ਰਹੀ ਆ ਉੱਕਣ ਦੀਆਂ, ਜਾਂ ਇਕੱਠ ਘੱਟ ਹੋ ਜਾਣ ਤੇ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ ਵੀ ਮੋਰਚੇ ਤੋਂ ਦੂਰ ਨਾ ਹੋ, ਮੋਰਚੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਓ, ਆਪਾਂ ਮੋਰਚਾ ਜਿੱਤਣਾ, ਮੋਰਚੇ ਨੂੰ ਕਾਮਯਾਬ ਕਰਨਾ। ਨੌਜਵਾਨਾਂ ਨੂੰ ਅਸੀਂ ਕਹਿ ਰਹੇ ਹਾਂ ਔਰ ਨੌਜਵਾਨ ਸਾਡੀ ਸੁਣ ਵੀ ਰਹੇ ਨੇ। ਹੁਣ ਨੌਜਵਾਨ ਕਾਫੀ ਜਾਣ ਲੱਗ ਗਏ ਮੋਰਚੇ ਤੇ, ਜਿੱਥੇ ਦੀਪ ਸਿੱਧੂ ਦਾ ਟੈਂਟ ਲੱਗਿਆ ਹੋਇਆ ਉੱਥੇ ਉਦਣ ਅਸੀਂ ਲਗਭਗ 70-75 ਮੁੰਡੇ ਉੱਥੇ ਹਾਜ਼ਰ ਸੀਗੇ ਮੌਕੇ ਤੇ ਜਦੋਂ ਮੀਟਿੰਗ ਕਰੀ ਹੈ। ਸੋ ਇਸ ਕਰਕੇ ਸਾਡਾ ਫਿਲਹਾਲ ਤਾਂ ਇਹੀ ਹੈ ਕਿ ਲੋਕਾਂ ਨੂੰ ਲਾਮਬੰਦ ਕਰਕੇ ਮੋਰਚੇ ਦੇ ਨਾਲ ਜੋੜੀਏ ਤਾਂ ਜੋ ਮੋਰਚੇ 'ਚ ਲੋਕ ਵੱਧ ਚੜ ਕੇ ਹਿੱਸਾ ਲੈਣ। ਜੇ ਇਹ ਮੋਰਚਾ ਆਪਾਂ ਹਾਰ ਗਏ ਤਾਂ ਆਪਣੀ ਹੋਂਦ ਨੂੰ ਬਹੁਤ ਵੱਡਾ ਖਤਰਾ ਖੜਾ ਹੋ ਜਾਊਗਾ ਪੰਜਾਬ ਦੀ ਨੂੰ, ਤੇ ਫੇਰ ਆਪਾਂ ਪਛਤਾਵਾਂਗੇ। ਇਹੀ ਲੋਕਾਂ ਨੂੰ ਸਮਝਾ ਰਹੇ ਹਾਂ ਕਿ ਮੋਰਚੇ ਦਾ ਆਪਾਂ ਹਿੱਸਾ ਬਣੀਏ, ਮੋਰਚੇ 'ਚ ਸ਼ਮੂਲੀਅਤ ਕਰੀਏ। ਜੀ ਤੇ ਜਿਹੜੀ ਹੁਣ ਕਾਲ ਦਿੱਤੀ ਗਈ ਉਦੋਂ ਲੱਖਾ ਸਿਧਾਣਾ ਵੱਲੋਂ, ਉਹਨੇ ਇੱਕ ਵੀਡੀਓ ਅਪਲੋਡ ਕੀਤੀ ਸੀ ਆਪਣੇ ਪੇਜ ਦੇ ਉੱਤੇ, ਤੇ ਜਿਹੜੀ 23 ਤਰੀਕ ਨੂੰ ਇਕੱਠ-ਮੱਠ ਹੋ ਰਿਹਾ ਮਹਾਰਾਜ ਦੇ ਵਿੱਚ, ਤੇ ਉਹ ਤਕਰੀਬਨ ਲੱਖਾ ਸਿਧਾਣਾ ਵੱਲੋਂ ਆ ਜਾਂ ਸਮੂਹ ਸਾਰੇ ਨੌਜਵਾਨਾਂ ਵੱਲੋਂ ਆ ਤੇ ਨਾਲ ਜਥੇਬੰਦੀਆਂ ਕੋਈ ਸ਼ਾਮਲ ਹੋਣਗੀਆਂ? ਨਹੀਂ, ਜਥੇਬੰਦੀਆਂ ਦਾ ਤਾਂ ਸਾਨੂੰ ਬਹੁਤਾ ਪਤਾ ਨਹੀਂ ਜੀ, ਵੀ ਮੇਰਾ ਤਾਂ ਖਿਆਲ ਨਹੀਂ ਵੀ ਜਥੇਬੰਦੀਆਂ ਸ਼ਾਮਲ ਹੋਣਗੀਆਂ। ਤੇ ਬਾਕੀ ਨੌਜਵਾਨ ਸਾਰੇ ਜਾਣਗੇ, ਜਿਹੜੇ ਦੀਪ ਸਿੱਧੂ ਨਾਲ ਸੀ ਉਹ ਵੀ ਜਾਣਗੇ, ਜਿਹੜੇ ਸਾਡੇ ਨਾਲ ਸੀ ਉਹ ਵੀ ਜਾਣਗੇ। ਅਸੀਂ ਸਾਰੇ ਇਕੱਠੇ ਹੀ ਆ। ਲੜਾਈ ਤਾਂ ਜਾਤੀ ਦੇ ਖਿਲਾਫ ਲੜ ਰਹੀ ਆ ਨਾ, ਜਿਹੜਾ ਪੰਜਾਬ ਨਾਲ ਜਾਤੀ ਹੋ ਰਹੀ ਹੈ, ਉਹਦੇ ਵਾਸਤੇ ਪਾਰਟੀਆਂ ਬਣਾਉਣੀਆਂ ਜਾਂ ਕੋਈ ਧੜੇ ਬਣਾਉਣੇ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ। ਅਸੀਂ ਤਾਂ ਜ਼ਰੂਰ ਜਾਵਾਂਗੇ ਜੀ। ਮੈਂ ਕੱਲ ਜਿੰਨੀ ਜਗ੍ਹਾ ਬੋਲ ਕੇ ਆਇਆ, ਪਰਸੋਂ ਵੀ ਲਾਈਵ ਹੋ ਕੇ ਉੱਥੇ ਦੱਸਿਆ ਸੀ
ਜਿਹੜੀ ਮਹਿਰਾਜ ਰੈਲੀ ਹੋ ਰਹੀ ਹੈ ਉਹਦੇ 'ਚ ਵੱਧ ਚੜ ਕੇ ਸ਼ਾਮਲ ਹੋ। ਮੈਂ ਤੇ ਤੁਹਾਡੇ ਮਾਧਿਅਮ ਰਾਹੀਂ ਵੀ ਵਿਦੇਸ਼ੀ ਵੀਰਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਆਪਣੇ ਸਕੇ ਸੰਬੰਧੀਆਂ, ਰਿਸ਼ਤੇਦਾਰਾਂ, ਭੈਣਾਂ ਭਰਾਵਾਂ ਨੂੰ ਕਹੋ ਕਿ ਕਿਤੇ ਵੀ ਜਦ ਰੈਲੀ ਹੁੰਦੀ ਆ, ਇਕੱਠ ਹੁੰਦਾ, ਉੱਥੇ ਸਾਰੇ ਸ਼ਮੂਲੀਅਤ ਕਰਨ ਔਰ ਮੋਰਚੇ 'ਚ ਵੀ ਸ਼ਮੂਲੀਅਤ ਕਰਨ। ਜੀ ਜੀ, ਕਿਉਂ ਮੈਂ ਤਾਂ ਪੁੱਛ ਰਿਹਾ ਸੀ ਕਿਉਂਕਿ ਇਹਨੇ ਜਿਹੜੇ ਆਪਣੇ 32 ਸੰਯੁਕਤ ਮੋਰਚੇ ਵਿੱਚ 32 ਜਥੇਬੰਦੀਆਂ ਦਾ ਇਹ ਕਿਹਾ ਜਾਂਦਾ, ਉਹਦੇ ਵਿੱਚੋਂ 7-8 ਤਾਂ ਨਹੀਂ ਸਸਪੈਂਡ ਵੀ ਕਰ ਦਿੱਤੀਆਂ ਸੀਗੀਆਂ, ਵੀ ਉਹ ਜਿਹੜੀਆਂ ਸਸਪੈਂਡ ਕੀਤੀਆਂ ਉਹਨਾਂ ਦਾ ਕੁਝ ਪਤਾ ਲੱਗਾ ਬਾਅਦ ਦੇ ਵਿੱਚ ਵੀ ਉਹਨਾਂ ਦਾ ਇਹਨਾਂ ਦਾ ਸਮਝੌਤਾ ਹੋ ਗਿਆ, ਜਾਂ ਉਹ ਆਪਣੀ ਜੁਦੀ ਹੁਣ ਉਹ ਆਪਣੀ ਡਫਲੀ ਵੀ ਜਾਊਗੇ? ਉਹ ਇਹ ਹੈ ਜੀ, ਉਹ ਤਾਂ ਹਲੇ ਮੇਰੇ ਕੋਲ ਐਵੇਂ ਮੈਂ ਤੁਹਾਨੂੰ ਉਹ ਤੋਂ ਬਿਨਾਂ ਗੱਲ ਤੋਂ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਹੈਗਾ, ਨਾ ਮੇਰੇ ਕੋਲ ਇਨਫੋਰਮੇਸ਼ਨ ਹੈ ਕੋਈ ਇਹਦੇ ਬਾਰੇ। ਜੀ ਜੀ, ਤੇ ਆਪਣੇ ਜਿਹੜੇ ਹੁਣ ਪਿੰਡਾਂ ਦੇ ਵਿੱਚ ਆ ਤੇ ਲੋਕੀ ਇਹ ਇਦਾਂ ਤਾਂ ਨਹੀਂ ਸੋਚਦੇ ਵੀ ਜਿੱਦਾਂ ਪਹਿਲਾਂ ਆਪਾਂ ਗੱਲ ਵੀ ਕੀਤੀ ਆ ਵੀ ਨਿਰਾਸ਼ਾ ਤਾਂ ਆਈ ਆ, ਤੇ ਲੋਕੀ ਇਹ ਤੇ ਨਹੀਂ ਸੋਚਦੇ ਵੀ ਇਹ ਜਿਹੜੀਆਂ ਜਥੇਬੰਦੀਆਂ ਆ ਵੀ ਇਹਨਾਂ ਤੋਂ ਭਰੋਸਾ ਟੁੱਟ ਗਿਆ ਲੋਕਾਂ ਦਾ, ਵੀ ਉਹ ਸੋਚਣ ਲੱਗ ਪਣ ਵੀ ਇਹ ਨਹੀਂ ਮੋਰਚਾ ਜਿਹੜਾ ਪਿੱਛੇ ਗੱਲਾਂ ਵੀ ਚੱਲੀਆਂ ਸੀ ਵੀ ਮੋਰਚਾ ਇਹ ਨਹੀਂ ਵੇਚ ਦੇਣਾ ਆ ਜਾਂ ਕੋਈ ਗਲਤ ਸਮਝੌਤੇ ਕਰ ਲੈਣਗੇ, ਇਹ ਇਦਾਂ ਦਾ ਵੀ ਕੋਈ ਮਾਹੌਲ ਬਣਦਾ ਪਿਆ? ਹਾਂ, ਜਿਹੜੀ ਖੁੰਡ ਚਰਚਾ ਉਹ ਇਹੀ ਚੱਲਦੀ ਆ ਜਿਆਦਾ। ਜਿਵੇਂ ਹੁਣ ਦੇਖੋ ਮੈਂ ਤੁਹਾਨੂੰ ਦੱਸਦਾ, ਪਹਿਲਾਂ ਟਾਰਗੇਟ ਹੁੰਦਾ ਸੀ ਵੀ 10 ਟਰਾਲੀਆਂ ਆਪਾਂ ਲੈ ਕੇ ਜਾਣੀਆਂ ਨੇ ਤਾਂ 15-20 ਟਰਾਲੀਆਂ ਤਿਆਰ ਹੋ ਜਾਂਦੀਆਂ ਸੀ ਜੀ, ਠੀਕ ਹੈ। ਹੁਣ ਜੇ 2 ਟਰਾਲੀਆਂ ਵੀ ਲੈ ਕੇ ਜਾਣੀਆਂ ਨੇ ਤਾਂ ਲੋਕਾਂ ਨੂੰ ਬੜਾ ਵਿਸਤਾਰ 'ਚ ਸਮਝਾਉਣਾ ਪੈਂਦਾ, ਲੋਕਾਂ ਨੂੰ ਮਿਹਨਤ ਤਰਲਾ ਕਰਨਾ ਪੈਂਦਾ ਵੀ ਭਾਈ ਚਲੋ ਮੋਰਚੇ ਨਾਲ ਕੋਈ ਨਾਰਾਜ਼ਗੀ ਨਹੀਂ ਹੈਗੀ ਕਿਸੇ ਦੀ ਵੀ। ਵਿਚਾਰਕ ਮਤਭੇਦ ਦੀਪ ਸਿੱਧੂ ਦੇ ਵੀ ਤੀ, ਲੱਖੇ ਦੇ ਵੀ ਤੀ, ਹੁਣ ਸਾਡੇ ਵੀ ਹੈਗੇ ਨੇ। ਜਿਹੜੀ ਗੱਲ ਪਾਰਦਰਸ਼ਤਾ ਨਹੀਂ ਰੱਖਦੇ, ਕਿਸੇ ਗੱਲ 'ਚ ਕੋਈ ਹਿਸਾਬ ਕਿਤਾਬ ਦਾ ਕੋਈ ਹਿਸਾਬ ਨਹੀਂ ਦਿੰਦੇ, ਉਹ ਗੱਲਾਂ ਤਾਂ ਲੋਕਾਂ ਨੇ ਕਹਿਣੀਆਂ ਹੀ ਕਹਿਣੀਆਂ ਨੇ, ਵਿਦੇਸ਼ੀ ਵੀ ਕਹਿਣਗੇ ਜਿਨ੍ਹਾਂ ਨੇ ਪੈਸੇ ਦਿੱਤੇ ਨੇ। ਤੇ ਇਸ ਕਰਕੇ ਇਹ ਜਿਹੜੀਆਂ ਵਿਚਾਰਧਾਰਕ ਮਤਭੇਦ ਹੁੰਦੇ ਨੇ ਤਾਂ ਸਦੋਂ ਹੀ ਰਹਿੰਦੇ ਹੁੰਦੇ ਨੇ, ਪਰ ਮੋਰਚੇ 'ਚ ਅਸੀਂ ਵੱਧ ਚੜ ਕੇ ਹਿੱਸਾ ਲੈ ਰਹੇ ਹਾਂ ਔਰ ਇਸੇ ਤਰ੍ਹਾਂ ਲੈਂਦੇ ਰਹਾਂਗੇ। ਸਾਰੀ ਸੰਗਤ ਦੇ ਚਰਨਾਂ ਵਿੱਚ ਵੀ ਅਸੀਂ ਉਰੇ ਪਿੰਡੋਂ ਪਿੰਡ ਫਿਰ ਕੇ ਅਪੀਲ ਕਰ ਰਹੇ ਹਾਂ, ਨੌਜਵਾਨਾਂ ਨੂੰ ਸਮਝਾ ਰਹੇ ਹਾਂ ਕਿ ਆਓ ਮੋਰਚੇ ਦਾ ਪਹਿਲਾਂ ਆਵਾਂਗੇ, ਹਿੱਸਾ ਬਣੀਏ, ਮੋਰਚੇ ਨੂੰ ਚੜ੍ਹਦੀ ਕਲਾ ਵਿੱਚ ਲੈ ਕੇ ਜਾਈਏ ਔਰ ਪੰਜਾਬ ਦਿੱਲੀ ਜਿਹੜਾ ਮੋਰਚਾ ਲਾਇਆ ਉਹਨੂੰ ਜਿੱਤ ਕੇ ਮੁੜੇ। ਬਿਲਕੁਲ ਜੀ, ਗੱਲ ਤਾਂ ਇੱਥੇ ਵੀ ਜੀ ਇਹ ਵੀ ਜਿਹੜੀ ਜ਼ਮੀਨ ਆ, ਜ਼ਮੀਨ ਜਿਹੜੀਆਂ ਜਥੇਬੰਦੀਆਂ ਕੋਲ 5 ਜਾਂ 4% ਪੰਜਾਬ ਦੀ ਜ਼ਮੀਨ ਹੋਊਗੀ, ਬਾਕੀ ਜਿਹੜੀ ਪੰਜਾਬ ਦੀ ਜ਼ਮੀਨ ਹੈ ਉਹ ਤਾਂ ਆਮ ਕਿਸਾਨਾਂ ਦੀ ਆ। ਉਹ ਕਿਸਾਨ ਹੈ ਜਿਨ੍ਹਾਂ ਦਾ ਕਿਸੇ ਜਥੇਬੰਦੀ ਨਾਲ ਵੀ ਨਹੀਂ ਸੰਬੰਧ, ਠੀਕ ਹੈ ਜੀ। ਹਰੇਕ ਧਰਮ ਦਾ, ਹਰੇਕ ਜਾਤ ਦਾ ਬੰਦਾ ਖੇਤੀ ਕਰਦਾ ਪੰਜਾਬ ਦੇ ਵਿੱਚ, ਹਰੇਕ ਦੀ ਜ਼ਮੀਨ ਦਾ ਮਸਲਾ ਆ ਇੱਥੇ, ਨਾ ਕਿ 1-2-4% ਜਿਹੜੀ ਜਥੇਬੰਦੀਆਂ ਉਹਨਾਂ ਦਾ ਹੈਗਾ ਆ। ਜੇ ਲਾ ਲਈ ਆਪਾਂ ਜਦੋਂ ਕਾਬਰੇਟ ਆਪਾਂ ਕਹਿੰਦੇ, ਕਾਬਰੇਟ ਆਪਾਂ ਨੂੰ ਪਤਾ ਹੀ ਆ ਪੰਜਾਬ ਦੇ ਵਿੱਚ 2 ਜਾਂ 4% ਹੋਊਗੇ, ਤਾਂ ਵੱਧ ਹੈ ਨਹੀਂ ਨਾ ਪੰਜਾਬ ਦੇ ਵਿੱਚ। ਹਾਂ, ਬਹੁਤੇ ਤਾਂ ਹੈ ਨਹੀਂ ਜੀ, ਬਹੁਤ ਥੋੜੇ ਨੇ। ਹਾਂ, ਬਹੁਤ ਥੋੜੇ ਆ। ਇਸ ਕਰਕੇ ਇਹ ਜਿਹੜਾ ਮੋਰਚਾ ਆ ਸਮੂਹ ਪੰਜਾਬੀਆਂ ਦਾ ਸਮੂਹ, ਜਾਨੀ ਆਪਾਂ ਤਾਂ ਇਹ ਕਹਿ ਸਕਦੇ ਆ ਵੀ ਹੁਣ ਤਾਂ ਇਹ ਦੁਨੀਆ ਲੈਵਲ ਦੇ ਕਿਸਾਨਾਂ ਦਾ ਮੋਰਚਾ ਬਣ ਗਿਆ ਆ। ਜਿੱਦਾਂ ਸਾਡੇ ਇੱਥੇ ਕੈਲੀਫੋਰਨੀਆ ਤੋਂ ਵੀ ਕੱਲ ਅਮਰੀਕਾ ਦੀਆਂ ਜਾਨੀ ਕਿ 87 ਜਥੇਬੰਦੀਆਂ ਜਿਹੜੀਆਂ ਕਿਸਾਨਾਂ ਦੀ ਜਥੇਬੰਦੀਆਂ, ਉਹਨੇ ਸਪੋਰਟ ਕੀਤੀ ਹੈ ਇਸ ਅੰਦੋਲਨ ਨੂੰ, ਅਮਰੀਕਾ ਦੀਆਂ ਕਿਸਾਨ ਜਥੇਬੰਦੀਆਂ ਨੇ। ਤੁਸੀਂ ਇਹ ਲਾ ਲਓ ਵੀ ਹੁਣ ਇਹ ਅੰਤਰਰਾਸ਼ਟਰੀ ਯਾਨੀ ਕਿ ਲੈਵਲ ਦਾ, ਵਿਸ਼ਵ ਪੱਧਰ ਦਾ ਇਹ ਸੰਘਰਸ਼ ਜਿਹੜਾ ਬਣ ਚੁੱਕਿਆ, ਇਸ ਕਰਕੇ ਇਹਨੂੰ ਜਿੱਤਣਾ ਬਹੁਤ ਜ਼ਰੂਰੀ ਆ। ਅਸੀਂ ਤਾਂ ਇਸ ਮਾਧਿਅਮ ਰਾਹੀਂ ਲੋਕਾਂ ਨੂੰ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਸਹਿਯੋਗ ਦਿਓ। ਜਾਨੀ ਕਿ ਉਹ ਨਿਰਾਸ਼ਾ ਤਾਂ ਆਈ ਹੈ ਚ ਕੋਈ ਗੱਲ ਨਹੀਂ, ਪਰ ਉਹਨੂੰ ਇੱਕ ਸਾਈਡ ਤੇ ਰੱਖੋ, ਆਪਣੀ ਹੋਣ ਦੀ ਲੜਾਈ ਲੜਨੀ ਆ। ਇਸ ਕਰਕੇ ਵੱਧ ਤੋਂ ਵੱਧ ਉਪਰਾਲੇ ਕਰੋ, ਵੱਧ ਤੋਂ ਵੱਧ ਜਿੰਨਾ ਹੋ ਸਕਦਾ ਆ, ਤੇ ਆਪਾਂ ਨੂੰ ਜਿਹੜਾ ਪਿੰਡਾਂ ਦੇ ਵਿੱਚੋਂ ਜਾਣਾ ਚਾਹੀਦਾ ਸੰਘਰਸ਼ ਦੇ ਵਿੱਚ। ਇਹ ਨਾ ਸੋਚ ਕੇ ਜਾਓ ਵੀ ਮੋਰੇ ਆਗੂ ਕਿਹੜਾ, ਇਹ ਸੋਚ ਕੇ ਜਾਓ ਵੀ ਸਾਡੀ ਹੋਣ ਦਾ ਸਵਾਲ ਆ। ਠੀਕ ਹੈ ਜੀ। ਹਾਂਜੀ, ਬਿਲਕੁਲ ਜੀ। ਦੇਖੋ ਮੈਂ ਤੁਹਾਨੂੰ ਦੱਸਦਾ, ਇਹ ਜਿਹੜਾ ਮੋਰਚਾ ਚੱਲ ਰਿਹਾ ਹੈ ਇਹ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਹੈ, ਦੁਨੀਆ ਦਾ ਸਭ ਤੋਂ ਸ਼ਾਂਤਮਈ ਮੋਰਚਾ ਹੈ ਔਰ ਦੁਨੀਆ ਦਾ ਸਭ ਤੋਂ ਮਹਿੰਗਾ ਮੋਰਚਾ ਵੀ ਇਹ। ਇੰਨਾ ਖਰਚੇ ਦੇ ਤੇ ਕੌਮ ਨੇ ਕਰਿਆ, ਸਿੱਖਾਂ ਨੇ ਕਰਿਆ, ਪੰਜਾਬ ਵਾਲਿਆਂ ਨੇ, ਹਰਿਆਣੇ ਵਾਲਿਆਂ ਨੇ, ਯੂਪੀ ਵਾਲਿਆਂ ਨੇ, ਹੋਰਲੇ ਵੱਖ-ਵੱਖ ਸੂਬਿਆਂ ਨੇ ਔਰ ਹੋਰ ਵੀ ਕੌਮਾਂ ਨੇ ਇਹਦੇ ਵਿੱਚ ਬਹੁਤ ਖਰਚਾ ਕੀਤਾ। ਲੰਗਰ ਲਾਏ ਨੇ, ਕੱਪੜੇ ਵੰਡੇ ਨੇ, ਕੰਬਲ ਵੰਡੇ ਨੇ, ਰਜਾਈਆਂ ਦਿੱਤੀਆਂ ਨੇ, ਗੱਦੇ ਦਿੱਤੇ ਨੇ। ਕੋਈ ਇਹੋ ਜਿਹੀ ਚੀਜ਼ ਹੈ ਹੀ ਨਹੀਂ ਜਿਹਦਾ ਉੱਥੇ ਲੰਗਰ ਨਹੀਂ ਲੱਗਿਆ ਜੀ। ਤੇ ਇਸ ਮੋਰਚੇ ਨੂੰ ਜਿੱਤਣਾ ਬਹੁਤ ਜ਼ਰੂਰੀ ਹੈ ਔਰ ਇਹ ਮੈਂ ਤੁਹਾਨੂੰ ਦੱਸਦਾ ਕਿ ਪਹਿਲੇ ਦਿਨ ਤੋਂ ਸਾਰੀ ਦੁਨੀਆ ਦੀ ਨਿਗਾਹ ਇਸ ਮੋਰਚੇ ਤੇ ਲੱਗੀ ਹੋਈ ਹੈ ਕਿ ਪੰਜਾਬੀਆਂ ਨਾਲ ਬੀਜੇਪੀ ਸਰਕਾਰ, ਮੋਦੀ ਸਾਹਿਬ, ਨਰਿੰਦਰ ਮੋਦੀ ਟਕਰਾ ਗਿਆ ਕਿ ਆਪਣਾ ਇਹਦਾ ਹੁਣ ਦੇਖਦੇ ਹਾਂ ਕੀ ਬਣਦਾ। ਲੋਕਾਂ ਦੇ ਮਨ 'ਚ ਇਹ ਸੀ ਵੀ ਪੰਜਾਬੀ ਪਿੱਛੇ ਨਹੀਂ ਹਟਣਗੇ, ਸੋ ਪੰਜਾਬੀ ਡਟੇ ਹੋਏ ਨੇ ਜੀ। ਬਾਕੀ ਵੀ ਤੁਹਾਡੇ ਮਾਧਿਅਮ ਰਾਹੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਆਪਾਂ ਇਹ ਮੋਰਚਾ ਜਿੱਤਣਾ। ਇਸ ਮੋਰਚੇ 'ਚ ਵੱਧੋ ਵੱਧ ਸ਼ਮੂਲੀਅਤ ਕਰੋ। ਵਿਦੇਸ਼ੀ ਵੀਰਾਂ ਦੇ, ਭੈਣਾਂ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਆਪਣੇ ਰਿਸ਼ਤੇਦਾਰੇ, ਸਕੇ ਸੰਬੰਧੀਆਂ ਨੂੰ ਤੁਸੀਂ ਵੀ ਕਹੋ ਕਿ ਮੋਰਚੇ ਨਾਲ ਵੀ ਜੁੜਨ। ਜਿਹੜੀਆਂ ਅਸੀਂ ਉਰੇ ਛੋਟੇ-ਛੋਟੇ ਰੈਲੀਆਂ, ਮਾਰਚ ਕਰ ਰਹੇ ਹਾਂ, ਕਾਫੀ ਕੁਝ ਵੱਡੀਆਂ ਵੀ ਕਰ ਰਹੇ ਹਾਂ, ਉਹਨਾਂ 'ਚ ਵੀ ਸ਼ਮੂਲੀਅਤ ਕੀਤੀ ਜਾਵੇ ਕਿਉਂਕਿ ਸਾਰੇ ਵਰਲਡ ਦੀ ਨਜ਼ਰ ਇਸ ਮੋਰਚੇ ਵੱਲ ਲੱਗੀ ਹੋਈ ਹੈ। ਅੱਛਾ, ਆਖਰ ਤੇ ਮੈਨੂੰ ਪਤਾ ਤੁਹਾਡੇ ਕੋਲ ਟਾਈਮ ਦੀ ਬਹੁਤ ਸ਼ਾਰਟੇਜ ਆ, ਤੇ ਆਖਰ ਤੇ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਿੱਦਾਂ
ਪਿੱਛੇ ਜੇ ਜਿਹੜਾ ਰਕੇਸ਼ ਡਕੈਤ ਸੀਗਾ ਤੇ ਉਹਨੇ ਵੀ ਕਾਫੀ ਇੱਕ ਲੰਬਾ ਪ੍ਰੋਗਰਾਮ ਦਿੱਤਾ ਸੀਗਾ ਵੀ ਅਸੀਂ ਅਕਤੂਬਰ ਤੱਕ ਅਸੀਂ ਇੱਥੇ ਬੈਠੇ ਆ, ਉਹ ਵੀ ਮੇਰੇ ਖਿਆਲ ਨੈਗੇਟਿਵ ਹੀ ਗਿਆ, ਉਹਦਾ ਪੱਖ ਵੀ ਕੋਈ ਬੜਾ ਪੋਜ਼ਿਟਿਵ ਪੱਖ ਨਹੀਂ ਆਇਆ। ਤੇ ਇੱਕ ਜਿਹੜਾ ਸਰਕਾਰ ਦਾ ਹੁਣ ਢਿੱਲਾਪਨ ਆ, ਸਰਕਾਰ ਕੋਈ ਬਿਲਕੁਲ ਚੁੱਪ ਸ਼ਾਂਤ ਬੈਠੀ ਹੈ, ਕੋਈ ਤਰੀਕ ਨਹੀਂ ਦੇ ਰਹੀ ਵੀ ਇਹਨਾਂ ਨੂੰ ਆਓ ਸਾਡੇ ਨਾਲ ਬਹਿ ਕੇ ਟੇਬਲ ਟਾਕ ਕਰੋ, ਮੀਟਿੰਗ ਕਰੋ। ਇਹਦਾ ਕਾਰਨ ਉਹ ਨਹੀਂ ਵੀ ਜਿੱਦਾਂ ਜਿਹੜਾ 26 ਜਨਵਰੀ ਨੂੰ ਹੈਪਨ ਹੋਇਆ ਉਸ ਤੋਂ ਬਾਅਦ ਜੋ ਪੰਜਾਬੀਆਂ ਦੇ ਵਿੱਚ ਥੋੜੀ ਜਿਹੀ ਨਿਰਾਸ਼ਤਾ ਆਈ ਆ, ਗਵਰਨਮੈਂਟ ਨੂੰ ਪਤਾ ਲੱਗ ਗਿਆ, ਕੋਈ ਏਜੰਸੀਆਂ ਉੱਥੇ ਬੈਠੀਆਂ ਉਹਨਾਂ ਨੂੰ ਪਤਾ ਵੀ ਇਹ ਤਾਂ ਆਪਸ ਵਿੱਚ ਥੋੜੇ ਜਿਹੇ ਹੋ ਗਏ ਆ, ਡਾਵਾਡੋਲ ਹੋ ਗਿਆ। ਇਸ ਕਰਕੇ ਜਿਹੜੀ ਗਵਰਨਮੈਂਟ ਉਹ ਵੀ ਢਿੱਲੀ ਪੈ ਗਈ। ਉਹਦੀ ਤਾਂ ਅੱਗੇ ਤਾਂ ਗਵਰਨਮੈਂਟ ਦੂਏ ਤੀਏ ਦਿਨ ਨੂੰ ਸੱਦੀ ਜਾਂਦੀ ਸੀ, ਆਓ ਬਹਿ ਕੇ ਟੇਬਲ ਟਾਕ ਕਰੋ, ਟੇਬਲ ਟਾਕ ਕਰੋ। ਹੁਣ ਤਾਂ ਇਦਾਂ ਦੀ ਕੋਈ ਖਬਰ ਨਹੀਂ ਆ ਰਹੀ ਸਾਹਮਣੇ। ਇਹ ਮੈਂ ਤੁਹਾਨੂੰ ਦੱਸ ਦਿੰਦਾ ਜੀ, ਇਹ ਨੌਜਵਾਨਾਂ ਦਾ ਪ੍ਰੈਸ਼ਰ ਏ ਸੀ। ਹੁਣ ਜਥੇਬੰਦੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਜਦੋਂ ਪੰਜਾਬ ਦਾ ਨੌਜਵਾਨ ਵਾਪਸ ਮੁੜਿਆ ਆ, ਮੁੜ ਕੇ 26 ਜਨਵਰੀ ਤੋਂ ਬਾਅਦ ਇਹਨਾਂ ਨੂੰ ਕਿਸੇ ਨੇ ਨਹੀਂ ਬੁਲਾਇਆ, ਕਿਉਂਕਿ ਪ੍ਰੈਸ਼ਰ ਤਾਂ ਹੈ ਹੀ, ਬਣਾਈ ਨਹੀਂ ਸਕੀਆਂ ਜਥੇਬੰਦੀਆਂ। ਇਹ ਜਿਹੜਾ ਪ੍ਰੈਸ਼ਰ ਬਣਾਇਆ ਸੀ ਇਹ ਲੋਕਾਂ ਦੀ ਜਿਹੜੀ ਆਪ ਮੁਹਾਰਾ ਸ਼ਮੂਲੀਅਤ ਸੀ, ਉਸ ਕਰਕੇ ਪ੍ਰੈਸ਼ਰ ਬਣਿਆ ਹੋਇਆ ਸੀ ਵੀ ਇੰਨੀ ਸੰਗਤ ਮੋਰਚੇ 'ਚ ਵੱਧ ਚੜ ਕੇ ਆ ਗਈ। 26 ਜਨਵਰੀ ਤੋਂ ਬਾਅਦ ਜਦ ਤੋਂ ਨੌਜਵਾਨ ਵਾਪਸ ਆਏ ਨੇ, ਨੌਜਵਾਨਾਂ ਤੇ ਪਰਚੇ ਹੋ ਗਏ ਔਰ ਉਹਨਾਂ ਦੀ ਕੋਈ ਪੈਰਵਾਈ ਨਹੀਂ ਕਰੀ, ਉਹਨਾਂ ਨੂੰ ਇਹ ਕਹਿਤਾ ਵੀ ਇਹ ਤਾਂ ਸਾਡੇ ਨਾਲ ਹੀ ਨਹੀਂ ਹੈਗੇ, ਤਾਂ ਸਾਡੇ ਹੀ ਨਹੀਂ ਹੈ। ਫਿਰ ਨਿਰਾਸ਼ਤਾ ਤਾਂ ਆਉਣੀ ਹੋ ਸੀ। ਔਰ ਫਿਰ ਉਹ ਸਰਕਾਰ ਵੀ ਇਸ ਗੱਲੋਂ ਉਹਨੂੰ ਵੀ ਏਜੰਸੀਆਂ ਨੇ ਦੱਸਿਆ ਹੀ ਹੋਣਾ ਬਈ ਨੌਜਵਾਨ ਪਿੱਛੇ ਹਟ ਗਿਆ, ਮੁੜ ਕੇ ਇਹਨਾਂ ਨੂੰ ਸੱਦਾ ਨਹੀਂ ਦਿੱਤਾ ਕਦੇ। ਜੀ ਇੱਕ ਹੋਰ ਵੀ ਗੱਲ ਵੀਰ ਜੀ ਹੈਗੀ, ਜਿਹੜੀ ਇੱਥੇ ਬਾਹਰਲੇ ਜਿਹੜਾ ਵਿਦੇਸ਼ੀ ਸਿੱਖ ਸੋਚਦਾ ਹਨਾ, ਜਿੰਨੇ ਕਿ ਸਾਡਾ ਇੱਥੇ ਵਾਹ ਵਾਸਤਾ ਪੈਂਦਾ, ਉਹ ਸਾਰਾ ਇਹ ਸੋਚਣਾ ਵੀ ਜਿੱਦਣ ਉੱਥੇ ਨਿਸ਼ਾਨ ਸਾਹਿਬ ਚੜਾਤਾ ਸੀ ਲਾਲ ਕਿਲੇ ਤੇ ਤਿਰੰਗੇ ਦਾ ਕਿਸੇ ਨੇ ਕੋਈ ਅਪਮਾਨ ਕੀਤਾ, ਸਾਰਿਆਂ ਨੂੰ ਪਤਾ ਹੈ ਨਾ, ਇਹ ਕਲੈਸਟਰ ਕਲੀਅਰ ਗੱਲ ਹੈ ਵੀ ਕੋਈ ਅਪਮਾਨ ਨਹੀਂ ਹੋਇਆ। ਉਹ ਤੋਂ ਬਾਅਦ ਜਿਹੜੀ ਦੀਪ ਸਿੱਧੂ ਨੇ ਅਪੀਲ ਕੀਤੀ ਸੀਗੀ, ਸਾਡੇ ਲੋਕੀ ਇਸ ਗੱਲ ਨਾਲ ਸਹਿਮਤ ਆ ਵੀ ਜੇ ਉਸ ਦਿਨ ਦੀਪ ਸਿੱਧੂ ਦੀ ਉਸ ਅਪੀਲ ਤੇ ਸਾਰੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਿੰਨੇ ਵੀ ਲੀਡਰ ਉੱਥੇ ਮੂੰਹ ਲੁਕੋ ਕੇ ਗਏ ਜਾਂ ਅੱਗੇ ਪਿੱਛੇ ਗਏ, ਦੂਰ ਖੜੇ ਦੇਖਦੇ ਸੀ, ਜੇ ਕਿਤੇ ਉੱਥੇ ਉਹਦੇ ਖੜ ਜਾਂਦੇ, ਉੱਥੇ ਕਿਤੇ ਮੋਰਚਾ ਲਾ ਲਾਂਦੇ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀਗਾ। ਬਿਲਕੁਲ ਜੀ, ਜੋ ਉੱਥੇ ਜਦ 4 ਲੱਖ ਬੰਦਾ ਚਲਿਆ ਗਿਆ ਸੀ, ਹਜ਼ਾਰਾਂ ਤਾਦਾਦ 'ਚ ਟਰੈਕਟਰ ਚਲਿਆ ਗਿਆ ਸੀ, ਤਾਂ ਇਹਨਾਂ ਨੂੰ ਚਾਹੀਦਾ ਸੀ ਉੱਥੇ ਹੀ ਬਹਿ ਜਾਂਦੇ। 48 ਘੰਟੇ 'ਚ ਇਹਨਾਂ ਨੂੰ ਕਾਨੂੰਨ ਵਾਪਸ ਲੈਣੇ ਪੈਣੇ ਸੀ। ਪ੍ਰੈਸ਼ਰ ਬਣ ਗਿਆ ਸੀ ਉਸ ਦਿਨ ਪੂਰਾ ਜੀ, ਕਿਉਂਕਿ ਉਸ ਵੇਲੇ ਜਿਹੜੀ ਗਵਰਨਮੈਂਟ ਦਾ ਆਪਣੀ ਚਾਲ ਚੱਲੀ ਸੀ, ਜਿਹੜਾ ਆਪਣਾ ਇੱਕ ਜਿਹੜਾ ਰੈਲੀ ਜੋ ਲੋਕੀ ਜਾ ਰਹੇ ਸੀ ਉਹਨੂੰ ਰਸਤਾ ਉਹਨੇ ਆਪ ਮੁਹੱਈਆ ਕਰਾਇਆ ਹਨਾ, ਉਹ ਗਵਰਨਮੈਂਟ ਚਾਲ ਚੱਲੀ ਸੀ। ਪਰ ਜੇ ਸਾਡੇ ਬੰਦੇ ਉਸ ਵੇਲੇ ਚਾਲ ਚੱਲ ਜਾਂਦੇ, ਗਵਰਨਮੈਂਟ ਨੇ ਆਪ ਹੀ ਇਹਨਾਂ ਦੀ ਚਾਲ 'ਚ ਫਸ ਜਾਣਾ ਸੀਗਾ। ਉੱਥੋਂ ਇਹ ਜਿਹੜੀ ਕਤਾਈ ਖਾਧੀ ਹੈ ਸਾਡੇ ਜਿਹੜੇ ਕਿਸਾਨ ਲੀਡਰ ਸੀਗੇ, ਤੇ ਇਹਦਾ ਮੇਰੇ ਖਿਆਲ ਖਮਿਆਜਾ ਆਉਣ ਵਾਲੇ ਟਾਈਮ 'ਚ ਜ਼ਰੂਰ ਭੁਗਤਣਗੇ। ਸੋ ਚਲੋ ਵੀਰ ਜੀ, ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਜੇ ਕੋਈ ਆਖਰ ਤੇ ਗੱਲ ਹੈਗੀ ਤਾਂ ਦੱਸ ਦਿਓ, ਨਹੀਂ ਤਾਂ ਫਿਰ ਆਪਾਂ ਤੁਹਾਨੂੰ ਆਗਿਆ ਦਈਏ। ਮੈਨੂੰ ਪਤਾ ਤੁਸੀਂ ਕਾਫੀ, ਤੁਹਾਡਾ ਸਕੇਜੂਲ ਬੜਾ ਬਿਜ਼ੀ ਆ। ਤੇ ਬਸ ਆਖਰ 'ਚ ਇਹੀ ਆ, ਸਾਰੇ ਜਿਹੜੇ ਵਿਦੇਸ਼ਾਂ 'ਚ ਵੀਰ ਵਸਦੇ ਨੇ ਉਹਨਾਂ ਨੂੰ ਬੇਨਤੀ ਕਰਦੇ ਆ ਕਿ ਆਪਣੇ ਸਕੇ ਸੰਬੰਧੀਆਂ ਨੂੰ, ਆਪਣੇ ਰਿਸ਼ਤੇਦਾਰਾਂ ਨੂੰ, ਭੈਣਾਂ ਭਰਾਵਾਂ ਨੂੰ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨ ਕਿ ਮੋਰਚੇ ਦਾ ਹਿੱਸਾ ਬਣਨ, ਤੇ ਜਿਹੜੀਆਂ ਉਰੇ ਰੈਲੀਆਂ ਅਸੀਂ ਕਰ ਰਹੇ ਹਾਂ, ਰੋਸ ਮਾਰਚ ਕਰ ਰਹੇ ਹਾਂ, ਉਹਦਾ ਹਿੱਸਾ ਬਣਨ, ਤਾਂ ਜੋ ਸਰਕਾਰ